ਹੁਣ मैं ਜਿਹੜੀ ਸ਼ਖਸੀਅਤ ਨੂੰ ਬੁਲਾਉਣ ਜਾ ਰਿਹਾ ਹੈ ਉਹ ਸ਼ਾਇਰੀ ਤੇ ਉਹਨਾਂ ਦੀ ਬਾਕਮਾਲ ਹੈ। ਕਹਾਣੀ ਉਸ ਤੋਂ ਵੀ ਸੋਹਣੀ ਲਿਖਦੇ ਨੇ, ਲੇਕਿਨ ਕਹਾਣੀ ਵਿੱਚ ਉਹਨਾਂ ਦਾ ਸੁਣਾਪਾ ਹੈ ਕਿ ਅਗਰ ਅਸੀਂ ਉਹਨੂੰ ਫਿਲਮਾਉਣਾ ਚਾਹੀਏ ਤਾਂ ਉਹਦਾ ਸਕਰੀਨ ਪਲੇ ਲਿਖਣ ਦੀ ਜ਼ਰੂਰਤ ਨਹੀਂ ਪੈਂਦੀ। ਇੰਨੀ ਸੋਹਣੇ ਤਰੀਕੇ ਦੇ ਨਾਲ ਉਹ ਕਹਾਣੀ ਲਿਖਦੇ ਨੇ ਔਰ ਜਿਵੇਂ ਉਹ ਸ਼ਾਇਰੀ ਵਿੱਚ ਦਾਤ ਲੈਂਦੇ ਨੇ ਕਹਾਣੀ ਦੇ ਵਿੱਚ ਵੀ ਉਸੇ ਤਰ੍ਹਾਂ ਉਹ ਆਪਣੇ ਫਿਕਰੀਆਂ ਦੀ ਦਾਤ ਲੈਂਦੇ ਨੇ। ਮੇਰੀ ਮੁਰਾਦ ਜਨਾਬ ਮੌਜੂਦਾ ਪੰਜਾਬੀ ਸੰਗਤ ਪਾਕਿਸਤਾਨ ਦੇ ਜਨਰਲ ਸੈਕਟਰੀ ਨਸੀਰ ਅਹਿਮਦ ਸਾਹਿਬ, ਤੁਹਾਡੀਆਂ ਬਹੁਤ ਸਾਰੀਆਂ ਤਾੜੀਆਂ। कहानी का सरनामा है अंगूठा। कहानी का सरनामा मैं किया अंगूठा। मुट्ठी ना मिटी जाए तो तली टड्डन का की फायदा, इसलिए उंगलियां बहुत जरूरी ने। उंज भी टड्डी भावें तली ही जाती है पर मंगदा सारा वजूद है। तली टड्डन की देर होंदी है कि पूरा वजूद ही टड्डी हुई तली बन जाता है। फिर उका तली नूं कादा मेना, अख निमो झाणी हो जाए तो समझ लवो इन्हें तली टड्डी हुई है। उंगलियां भी ये मेहना नहीं जरदियां, यह साड़ी ते सारी ताकत अंगूठे विच है। पर यह नहीं दसदियां कि जदों मुक्का बनता है तो अंगूठा इन्हां विच क्यों लुक जाता है। हरे टड्डी हुई तली दियां उंगलियां ने इस हवरे तली हुई टड्डी दियां उंगलियां ने इसलिए मुक्का होण तो वांझियां ने। जे मुक्का बनन दा वल जाणदियां तो फिर तली टड्डी ही क्यों जाती। मैं टड्डी हुई तली विच हिस्सादार होण तो इनकारी तो नहीं, पर इस गल्लों शुक्र जरूर करना कि मेरे ते मुक्के वाली गल दा इल्ज़ाम नहीं। भाईया असी पैर नाल ही भले। एक पैर विच पत्थर होए पतावे वाला बूट, जिहदे विच तस्मिਆਂ ਦੀ ਥਾਂ ਤਾਵੀਜ਼ ਦੀ ਡੋਰੀ ਨਾਲ ਰਲਦਾ ਮਿਲਦਾ ਕਾਲਾ ਸੂਤਰ ਤੇ ਦੂਜੇ ਵਿੱਚ ਕੈਂਚੀ ਜੁੱਤੀ ਜਿਹਦੇ ਨਾਲ ਵਦਰਾਂ ਦੀ ਥਾਂ ਫਰਾਕ ਦੀ ਲੀਰ, ਲੱਕ ਦੁਆਲੇ ਪਜਾਮੇ ਨਾਲ ਬੰਨੀ ਹੋਈ ਟਾਈ, ਸਿਰ ਤੇ ਡੱਬੀਦਾਰ ਰੁਮਾਲ ਦੇ ਛਿਛੜੇ, ਵਧੀ ਹੋਈ ਦਾੜੀ, ਵਗਦੀਆਂ ਰਾਲਾਂ, ਸਿਰਕੇ ਹੋਏ ਆਨਿਆਂ ਵਾਲੀਆਂ ਅੱਖਾਂ, ਤੋਤਲੀ ਜ਼ੁਬਾਨ ਵਾਲੀ ਜੀਭ ਤੇ ਟੱਡੀ ਹੋਈ ਤਲੀ। ਇਹ ਹੈ ਉਹ ਵਜੂਦ ਜਿਹਦੇ ਖੱਬੇ ਪੈਰ ਦਾ ਮੈਂ ਅੰਗੂਠਾ ਹਾਂ। ਵਧੇ ਹੋਏ ਗੰਦੇ ਤੇ ਨੀਲੇ ਜਿਹੇ ਨੌਂ ਵਾਲਾ ਅੰਗੂਠਾ ਜਿਹਦੀ ਜੜ ਤੇ ਮਾਸ ਸਖਤ ਹੋ ਕੇ ਵੱਟੇ ਵਰਗੀ ਚੰਗੀ ਚੰਡੀ ਦਾ ਰੂਪ ਧਾਰ ਗਿਆ ਹੈ। ਲੱਕੋਂ ਪਤਲਾ ਤੇ ਗੁਰਜ਼ ਵਰਗੇ ਸਿਰੇ ਵਾਲਾ ਅੰਗੂਠਾ ਜਿਹਨੇ ਪਿਛਲੇ ਕੁਝ ਚਿਰ ਤੋਂ ਪਾਟੇ ਹੋਏ ਫੌਜੀ ਬੂਟ ਵਿੱਚ ਪਨਾਹ ਲਈ ਹੋਈ ਹੈ। ਇਹ ਬੂਟ ਮੇਰੇ ਵਜੂਦ ਨੂੰ ਕੁਝ ਚਿਰ ਪਹਿਲੇ ਰੂੜੀ ਤੋਂ ਲੱਭਾ ਸੀ। ਪਹਿਲੋਂ ਬੂਟ ਲੱਭਾ ਤੇ ਫਿਰ ਉਹ ਸੂਤਰ ਜੋ ਆਪ ਕਾਲਾ ਸੀ ਜਾਂ ਖਰੇ ਰੂੜੀ ਤੇ ਰੁਲਨ ਪਾਰੋਂ ਕਾਲਾ ਹੋਣ ਕਰਕੇ ਆਖਰ ਤਸਮੇ ਦੇ ਕੰਮ ਆਇਆ। ਚੀਜ਼ਾਂ ਦੀ ਇੱਕ ਜ਼ਿੰਦਗੀ ਰੂੜੀ ਤੇ ਆ ਕੇ ਮੁੱਕ ਜਾਂਦੀ ਹੈ ਤੇ ਦੂਜੀ ਇੱਥੋਂ ਸ਼ੁਰੂ ਹੁੰਦੀ ਹੈ। ਲੋਕੀ ਵਰਤ ਕੇ ਚੀਜ਼ਾਂ ਰੂੜੀ ਤੇ ਸੁੱਟ ਜਾਂਦੇ ਨੇ ਤੇ ਜਾਂ ਫਿਰ ਲੁਕਾ ਕੇ ਦਿਨ ਚੜ੍ਹਨ ਤੋਂ ਪਹਿਲੇ। ਹਵਰੇ ਬੂਟ ਦੀ ਸਖਤੀ ਜਾਂ ਬਣਾਉਣ ਵਾਲੇ ਦਾ ਕਮਾਲ ਸੀ ਕਿ ਪਤਾ ਹੀ ਨਹੀਂ ਸੀ ਲੱਗਦਾ ਕਿ ਪਾਟਾ ਹੋਇਆ ਹੈ। ਸ਼ੁਰੂ ਵਿੱਚ ਤੇ ਸਮਝ ਹੀ ਨਹੀਂ ਆਈ ਕਿ ਇੰਨੀ ਠੰਡ ਵਿੱਚ ਹਵਾ ਕਿਧਰੋਂ ਦੀ ਅੰਦਰ ਆਉਂਦੀ ਹੈ। ਪਤਾ ਤੇ ਉਸ ਦਿਨ ਲੱਗਾ ਜਦੋਂ ਫੁੱਟਪਾਥ ਤੇ ਬਾਲ ਨੂੰ ਦੁੱਧ ਪਿਆਉਂਦੀ ਫਕੀਰਨੀ ਦੇ ਅਧ ਨੰਗੇ ਸੀਨੇ ਨੂੰ ਵੇਖ ਕੇ ਇਸ ਵਜੂਦ ਨੇ ਪੈਰਾਂ ਦੀਆਂ ਉਂਗਲਾਂ ਅੰਦਰ ਵੱਲ ਮੋੜੀਆਂ ਤੇ ਬੂਟ ਦਾ ਮੂੰਹ ਮਗਰਮੱਛ ਵਾਂਗੂ ਖੁੱਲ ਗਿਆ। ਸ਼ਹਿਰ ਦੇ ਲਹਿੰਦੇ ਪਾਸਿਓਂ ਚੜ੍ਹਨ ਵਾਲੇ ਓਵਰਹੈਡ ਬ੍ਰਿਜ ਥੱਲੇ ਮੈਂ ਤੇ ਮੇਰਾ ਵਜੂਦ ਅਧ ਮੋਏ ਪਏ ਸਾਂ। ਪਿਛਲੇ ਕੁਝ ਦਿਨਾਂ ਤੋਂ ਕਿਸੇ ਅਣਜਾਣ ਬਿਮਾਰੀ ਹੱਥੋਂ ਵਜੂਦ ਹੂੰਘ ਰਿਹਾ ਸੀ। इधर कच्छू कुमे दी खल वर्गे बूट अंदर पसीने विच भिजदा इधर मैं कच्छू कुमे दी खल वर्गे बूट अंदर पसीने विच भिजदा जा रहा सां ते उधर कैंची जुत्ती विच पे दूजे पैर ते बजी हुई पट्टी अंदर टीस दा पेंडुलम झूल रहा सी। कुछ दिनां दी गल है कि रूड़ी फरोलदे नूं कच वजा। मैं शुक्र कीता कि सज्जा पासा है, मैं बच गया। पर पता उदों लगा जदों वजूद तुरिया। क्यों जे बहुता भार मेरे ते इसलिए आ गया कि सज्जा जख्मी सी। ये सज्जा भी हमेशा तो मेरे नाल इंज ही करदा है, हालांकि हथ होवे ते टड्डी सज्जी तली जाती है। डिस्पेंसरी तो पट्टी होण लग्या भी वजूद हूंघ रहा सी, पर डिस्पेंसरी वालियां ध्यान ना दिता ते हुण असीं पुल थले पे सां। मेरी जिंदगी इस वजूद नाल ही रूड़ी तो शुरू हुई सी। जवानी विच ते रूड़ी तो अड्ड भी खाण पीण नूं लभ जांदा सी। मंग के लंगर वंड दी पिकअप पिछे दौड़ के, ढोल अगे जल्ली पा के, ਵਿਆਹ वाले घरों लाड़े दे हार नालों नोट तोड़ के या हाजी साहब दे बूहे अगे लगी भीड़ चों छापर बैग चुप के। जवानी विच खब्बे हत्थ दे पिछले पासे धद्दर बना के
ਲੰਗੜਾ ਕੇ ਤੇ ਅੰਨੇ ਦੀ ਐਕਟਿੰਗ ਕਰਕੇ ਵੀ ਬੁੱਤਾ ਸਾਰ ਲੈਂਦੇ ਸਾਂ, ਪਰ ਹੁਣ ਤੇ ਇੰਨੀ ਵੀ ਹਿੰਮਤ ਨਹੀਂ ਸੀ ਕਿ ਸੜਕੋਂ ਪਾਰ ਕੁਝ ਫਰਲਾਂਗ ਦੂਰ ਭੋਲੇ ਸ਼ਾਹ ਦੇ ਮਜ਼ਾਰ ਤੇ ਜਾ ਡਿੱਗੀਏ। ਹੁਣ ਤੇ ਰੂੜੀ ਹੀ ਰਹਿ ਗਈ ਸੀ, ਜਾਂ ਕੋਈ ਲੰਘਦਾ ਸਿੱਕਾ ਉਛਾਲ ਦੇਵੇ ਤੇ ਵੱਖਰੀ ਗੱਲ ਹੈ। ਹਾਂ, ਮੰਗਣ ਵਾਲਾ ਬੂਹਾ ਅਜੇ ਵੀ ਖੁੱਲ੍ਹਾ ਸੀ। ਤਲੀ ਬਿਮਾਰ ਜ਼ਰੂਰ ਸੀ, ਪਰ ਨਾਲ ਹੀ ਸੀ। ਵਜੂਦ ਦੀ ਗਰਮੀ ਦਾ ਵੀ ਇੱਕੋ ਹੱਲ ਸੀ ਕਿ ਕਿਸੇ ਮੰਗਣ ਵਾਲੀ ਜਾਂ ਖੁਸਰੇ ਨੂੰ ਮੰਗਦਿਆਂ ਵੇਖ ਕੇ ਗਰਮ ਸੜਕ ਤੇ ਮੈਨੂੰ ਜਾਂ ਫਿਰ ਸੱਜੇ ਪੈਰ ਦੇ ਅੰਗੂਠੇ ਨੂੰ ਰਗੜ ਕੇ ਗੁਜ਼ਾਰਾ ਕਰ ਲਿਆ ਜਾਵੇ। ਪਰ ਹੁਣ ਇਸ ਗਰਮੀ ਤੇ ਬੜਾ ਸਖਤ ਵੇਲਾ ਆ ਗਿਆ ਹੈ। ਖੂਨ ਭਾਵੇਂ ਜਿਸ ਤਰ੍ਹਾਂ ਦਾ ਵੀ ਸੀ, ਪਰ ਸਿਰ ਤੋਂ ਲੱਗ ਕੇ ਪੈਰਾਂ ਤਾਈਂ ਆਂਦਾ ਜ਼ਰੂਰ ਸੀ। ਪਰ ਹੁਣ ਹੌਲੀ ਹੌਲੀ ਇਹ ਵੇਲਾ ਵੱਧ ਰਿਹਾ ਹੈ। ਉਹ ਖੂਨ ਜੋ ਬਹੁਤ ਛੇਤੀ ਗੇੜਾ ਕੱਢ ਆਉਂਦਾ ਸੀ, ਹੁਣ ਕਦੀ ਵੇਲੇ ਸਿਰ ਆ ਜਾਵੇ ਤੇ ਲੱਗਦਾ ਹੈ ਦਵਾਟਿਓਂ ਹੀ ਮੋੜ ਆਇਆ ਹੈ। ਅੱਜ ਸਵੇਰ ਤੋਂ ਹੀ ਖੂਨ ਪਰਤਣ ਦਾ ਵੇਲਾ ਵੱਧ ਰਿਹਾ ਸੀ। ਮੈਨੂੰ ਕਈ ਵਾਰੀ ਲੱਗਾ ਕਿ ਐਤਕੀ ਗਿਆ ਪਤਾ ਨਹੀਂ ਆਵੇ ਕਿ ਨਾ ਆਵੇ। ਪਿਛਲੇ ਪੌਣੇ ਘੰਟੇ ਤੋਂ ਅਸੀਂ ਸਾਰਾ ਵਜੂਦ ਪਤਾ ਨਹੀਂ ਇਸ ਖੈਰਾਤੀ ਡਿਸਪੈਂਸਰੀ ਦੇ ਸਟ੍ਰੈਚਰ 'ਤੇ ਕਿਵੇਂ ਆ ਗਏ। ਸਾਨੂੰ ਖਬਰੇ ਕੋਈ ਪਿਕਅਪ ਚੁੱਕ ਲਿਆਈ ਸੀ। ਸਾਰੀ ਜ਼ਿੰਦਗੀ ਦੀ ਹੋਣੀ ਵਰਤੀ ਸਾਹਮਣੇ ਫੁੱਟਪਾਥ, ਗੱਡੀਆਂ ਤੇ ਰੇਹੜੀਆਂ ਵਾਲਿਆਂ ਦੀ ਖੱਪ, ਸੜਕਾਂ ਦੀ ਧੂੜ, ਦੁੱਧ ਪਿਆਂਦੀ ਫਕੀਰਨੀ, ਮੰਗਦਾ ਹੋਇਆ ਖੁਸਰਾ, ਕੋਈ ਵੀ ਆਵਾਜ਼ ਮੇਰੇ ਅੰਦਰ ਖੂਨ ਨੂੰ ਤੇਜ਼ ਨਹੀਂ ਸੀ ਕਰ ਰਹੀ। ਕੁਝ ਡਾਕਟਰ ਤੇ ਕੰਪਾਊਂਡਰ ਬੈਠੇ ਗੱਪਾਂ ਮਾਰ ਰਹੇ ਸਨ। ਲੱਗਦਾ ਹੈ ਜਿਵੇਂ ਸਾਰੇ ਕੁਝ ਉਡੀਕ ਰਹੇ ਨੇ। ਕਿਸੇ ਨੇ ਫੌਜੀ ਬੂਟ ਵੀ ਲਾ ਸੁੱਟਿਆ। ਬੂਟ ਲੱਥਣ ਕਰਕੇ ਮੈਂ ਕਿੰਨੇ ਚਿਰ ਪਿੱਛੋਂ ਚਾਨਣ ਵਿੱਚ ਆਇਆ ਵਾਂ। ਹੁਣ ਹੀ ਮੈਨੂੰ ਪਤਾ ਲੱਗਾ ਕਿ ਬੂਟ ਦੀ ਸਖਤੀ ਨੇ ਮੈਨੂੰ ਕਿੱਥੋਂ ਛਿੱਲ ਦਿੱਤਾ ਹੈ। ਬੂਟ ਲੱਥ ਤੇ ਗਿਆ, ਪਰ ਉਦੋਂ ਜਦੋਂ ਵਜੂਦ ਪੈਰਾਂ ਤੇ ਭਾਰ ਪਾਉਣ ਜੋਗਾ ਰਿਹਾ ਹੀ ਨਹੀਂ ਸੀ। ਖੂਨ ਦੇ ਹਰ ਗੇੜੇ ਨਾਲ ਮੇਰੀ ਉਡੀਕ ਵੱਧਦੀ ਜਾ ਰਹੀ ਹੈ। ਗੱਪਾਂ ਮਾਰਦੀ ਢਾਣੀ 'ਚੋਂ ਇੱਕ ਜਣਾ ਉੱਠਿਆ ਤੇ ਮੇਰੇ ਕੋਲ ਆਇਆ। ਇੱਕ ਹੱਥ ਨਾਲ ਵਜੂਦ ਦੀ ਨਬਜ਼ ਵੇਖੀ, ਦੂਜੇ ਗੁੱਟ ਨਾਲ ਵੱਜੀ ਘੜੀ ਵੇਖੀ ਤੇ ਇਹ ਕਹਿੰਦਾ ਉਸੇ ਢਾਣੀ ਵੱਲ ਪਰਤ ਗਿਆ, ਅਜੇ ਕੁਝ ਮਿੰਟ ਹੈਗੇ ਨੇ। ਬਸ ਪੂਰਾ ਹੋਇਆ ਹੀ ਸਮਝੋ, ਇੱਕ ਦੂਜਾ ਚਿੱਟੇ ਕੋਟ ਵਾਲਾ ਬੋਲਿਆ। ਇਸ ਗੱਲ ਦਾ ਖਰੇ ਕੀ ਮਤਲਬ ਸੀ? ਥੋੜ੍ਹੇ ਚਿਰ ਮਗਰੋਂ ਸਫਾਈ ਵਾਲਾ ਆਇਆ ਤੇ ਮੈਂ ਆਖਰੀ ਵਾਰੀ ਫੌਜੀ ਬੂਟ ਨੂੰ ਵੇਖਿਆ। ਖੂਨ ਦੀ ਆਲਕਸ ਵੱਧਦੀ ਜਾ ਰਹੀ ਸੀ। ਜੇ ਮੈਂ ਕੁਝ ਕਹਿਣ ਜੋਗਾ ਹੁੰਦਾ ਤੇ ਜ਼ਰੂਰ ਖੂਨ ਨੂੰ ਜਾਣ ਲੱਗਿਆ ਕਹਿੰਦਾ ਕਿ ਛੇਤੀ ਆ ਜਾ ਤੇ ਅੰਗੂਠਾ ਇੱਥੇ ਆ ਕੇ ਰਗੜ ਲਵੇਂ। ਥੋੜ੍ਹੇ ਕੁ ਚਿਰ ਪਿੱਛੋਂ ਡਾਕਟਰਾਂ ਦੀ ਢਾਣੀ ਵਿੱਚੋਂ ਇੱਕ ਹੋਰ ਉੱਠਿਆ ਤੇ ਫੇਰ ਨਬਜ਼ ਵੇਖੀ। ਐਤਕੀ ਦੇਰ ਬਹੁਤੀ ਲੱਗ ਗਈ। ਮੈਂ ਸੋਚਿਆ ਖੂਨ ਨੂੰ ਆਵਾਜ਼ ਮਾਰਾਂ ਕਿ ਦਵਾਟਿਓਂ ਹੀ ਮੋੜਾ। ਚੰਦ ਮਿੰਟ, ਚਿੱਟੇ ਕੋਟ ਵਾਲੇ ਨੇ ਕਹਿੰਦਿਆਂ ਹੋਇਆਂ ਬਾਂਹ ਛੱਡ ਦਿੱਤੀ। ਦੋ ਬੰਦੇ ਹੋਰ ਉੱਠੇ। ਇੱਕ ਨੇ ਡੱਬੇ ਵਿੱਚ ਹੱਥ ਮਾਰਿਆ ਤੇ ਦੂਜੇ ਨੇ ਰੋਕ ਦਿੱਤਾ। ਖਲੋ ਜਾ ਯਾਰ, ਤੂੰ ਵੀ ਫਜ਼ੂਲ ਖਰਚੀ ਬੜੀ ਕਰਨਾ ਹੈ। ਇਹ ਕਹਿ ਕੇ ਦੂਜੇ ਨੇ ਵਜੂਦ ਦੇ ਸੱਜੇ ਪੈਰ ਦੀ ਪੱਟੀ ਖੋਲ੍ਹਣੀ ਸ਼ੁਰੂ ਕਰ ਦਿੱਤੀ। ਦੋਵੇਂ ਸਿਰਿਆਂ ਨਾਲੋਂ ਪੱਟੀ ਦਾ ਥੋੜ੍ਹਾ ਹਿੱਸਾ ਲਾਹ ਦਿੱਤਾ ਤੇ ਵਿਚਲੀ ਸਾਫ਼ ਪੱਟੀ ਬਚ ਗਈ। ਇਹ ਕੀ ਕਰਨਾ ਜੇ? ਇੱਕ ਤੀਜੇ ਕੋਟ ਵਾਲੇ ਨੇ ਪੁੱਛਿਆ। ਕੈਂਚੀ ਇੱਕ ਪਾਸੇ ਰੱਖਦਿਆਂ ਹੋਇਆਂ ਪਹਿਲੇ ਚਿੱਟੇ ਕੋਟ ਵਾਲਾ ਬੋਲਿਆ, ਅੰਗੂਠੇ ਨਹੀਂ ਬਣਨੇ ਇਹਦੇ।